ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਯੂਨੀਵਰਸਿਟੀ ਆਫ ਵੁਲਵਰਹੈਂਪਟਨ ਦੇ ਵਿੱਚ ਬੈਠੇ ਹਾਂ, ਜਿੱਥੇ ਇਹ ਜਰਨੀ ਆਫ 550 ਈਅਰਸ ਦੀ ਕਾਨਫਰੰਸ ਜਿਹੜੀ 3 ਤਰੀਕ ਤੋਂ ਲੈ ਕੇ 5 ਤਰੀਕ ਤੱਕ ਇੱਥੇ ਪੰਜਾਬੀ ਐਂਡ ਸਿੱਖ ਸਟੱਡੀਜ਼ ਡਿਪਾਰਟਮੈਂਟ ਵੱਲੋਂ ਕਰਵਾਈ ਜਾ ਰਹੀ ਹੈ। ਉਹਦੇ ਵਿੱਚ ਪੂਰੇ ਸੰਸਾਰ ਤੋਂ ਵਿਦਵਾਨ ਸੱਜਣ ਆਏ ਨੇ, ਸਕਾਲਰਸ ਆਏ ਨੇ, ਜਿਨ੍ਹਾਂ ਨੇ ਆਪਣੇ ਵੱਖ-ਵੱਖ ਵਿਸ਼ਿਆਂ ਦੇ ਉੱਤੇ ਪੇਪਰ ਪੇਸ਼ ਕੀਤੇ ਨੇ। ਅੱਜ ਇਸ ਖਾਸ ਸਮੇਂ ਦੇ ਉੱਤੇ ਮੇਰੇ ਨਾਲ ਪੰਜਾਬ ਦੇ ਵਿੱਚੋਂ 2 ਪੋਲੀਟੀਕਲ ਸਾਇੰਸ ਦੇ ਧੁਨੰਤਰ ਬੈਠੇ ਨੇ। ਮੇਰੇ ਨਾਲ ਬੈਠੇ ਨੇ ਪ੍ਰੋਫੈਸਰ ਡਾਕਟਰ ਰੌਣਕੀ ਰਾਮ ਜੀ, ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪ੍ਰੋਫੈਸਰ ਨੇ ਅਤੇ ਆਪਣੇ ਡਿਪਾਰਟਮੈਂਟ ਦੇ ਹੈੱਡ ਨੇ। ਅਤੇ ਉਹਨਾਂ ਦੇ ਨਾਲ ਡਾਕਟਰ ਕੇਰ ਸਿੰਘ ਜੀ, ਜਿਹੜੇ ਰਿਟਾਇਰਡ ਪ੍ਰੋਫੈਸਰ ਅਤੇ ਹੈੱਡ ਆਫ ਡਿਪਾਰਟਮੈਂਟ ਪੋਲੀਟੀਕਲ ਸਾਇੰਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਹ ਨੇ। ਇਹ ਦੋਨੋਂ ਹੀ ਪੰਜਾਬ ਤੋਂ ਇਸ ਕਾਨਫਰੰਸ ਦੇ ਵਿੱਚ ਆਪਣੇ ਪੇਪਰ ਪੜ੍ਹਨ ਵਾਸਤੇ ਉਚੇਚੇ ਤੌਰ 'ਤੇ ਹਾਜ਼ਰ ਹੋਏ। ਪਹਿਲਾਂ ਤਾਂ ਤੁਹਾਡਾ ਦੋਹਾਂ ਦਾ ਹੀ ਇੰਗਲੈਂਡ ਦੇ ਵਿੱਚ ਅਤੇ ਸਿੱਖ ਚੈਨਲ ਵੱਲੋਂ ਤੁਹਾਡਾ ਸਵਾਗਤ ਕੀਤਾ ਜਾਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਸੀਮਤ ਸਮੇਂ ਦੇ ਵਿੱਚ ਇਹਨਾਂ ਦੇ ਨਾਲ ਕਿਉਂਕਿ ਇਹ ਪੋਲੀਟੀਕਲ ਸਾਇੰਸ ਦੇ ਧੁਨੰਤਰ ਨੇ, ਅਸੀਂ ਪੋਲੀਟੀਕਲ ਸਾਇੰਸ ਜਿਹੜੀ ਸਾਡੀ ਪੰਜਾਬ ਦੀ ਅੱਜ ਪੋਲੀਟੀਕਲ ਇਸ਼ੂਜ਼ ਨੇ ਕੁਝ, ਉਹਦੇ ਸੰਬੰਧ ਵਿੱਚ ਅਸੀਂ ਇਹਨਾਂ ਦੇ ਨਾਲ ਕੁਝ ਸਵਾਲ ਕਰਕੇ ਇਹਨਾਂ ਪਾਸੋਂ ਅਸੀਂ ਜਾਣਕਾਰੀ ਹਾਸਲ ਕਰਕੇ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨ ਦਾ ਕੋਸ਼ਿਸ਼ ਕਰਾਂਗੇ। ਮੇਰਾ ਸਭ ਤੋਂ ਪਹਿਲਾਂ ਇੱਕ ਸਵਾਲ ਹੈ ਕਿ ਜਿਵੇਂ ਅੱਜ ਅਸੀਂ ਇਹ ਵੇਖਦੇ ਹਾਂ ਕਿ ਪੰਜਾਬ ਦੇ ਵਿੱਚੋਂ ਸਾਡਾ ਜਿਹੜਾ ਨੌਜਵਾਨ ਹੈ ਉਹ ਸਟੱਡੀ ਦੇ ਨਾਂ ਦੇ ਉੱਤੇ ਜਾਂ ਹੋਰ ਕਿਸੇ ਕਾਰਨਾਂ ਕਰਕੇ ਕੋਈ ਬਹਾਨਾ ਬਣਾ ਕੇ ਪੰਜਾਬ ਤੋਂ ਬਾਹਰ ਇਮੀਗ੍ਰੈਂਟ ਹੋ ਰਿਹਾ ਹੈ, ਦੂਸਰੇ ਦੇਸ਼ਾਂ ਦੇ ਵਿੱਚ ਜਾਇਜ਼ ਨਜਾਇਜ਼ ਤਰੀਕਿਆਂ ਦੇ ਨਾਲ ਜਾ ਰਿਹਾ ਹੈ। ਅਤੇ ਉਹਦੇ ਬਦਲੇ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਨੌਨ ਸਿੱਖ ਹੈ ਦੂਸਰੀਆਂ ਸਟੇਟਸ ਤੋਂ ਉਹ ਆ ਕੇ ਪੰਜਾਬ ਦੇ ਜਿਹੜੇ ਕਾਰੋਬਾਰ ਹੈ, ਪੰਜਾਬ ਦੀ ਜਿਹੜੀ ਇਕੋਨਮੀ ਹੈ, ਉਹਦੇ ਵਿੱਚ ਬਹੁਤ ਵੱਡਾ ਪਾਰਟੀਸਪੇਟ ਕਰ ਰਿਹਾ, ਹਿੱਸਾ ਪਾ ਰਿਹਾ। ਇਹਨੂੰ ਅਸੀਂ ਨੈਗੇਟਿਵਲੀ ਨਹੀਂ ਲੈ ਰਿਹਾ ਕਿ ਉਹ ਕਿਉਂ ਆਏ ਨੇ, ਉਹ ਕਿਉਂ ਆ ਕੇ ਕਰ ਰਹੇ ਨੇ ਪੰਜਾਬ 'ਚ। ਇਹ ਨੈਗੇਟਿਵ ਇਸ਼ੂ ਨਹੀਂ ਹੈਗਾ। ਪਰ ਮੇਰਾ ਸਵਾਲ ਇਹ ਹੈ ਕਿ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ, 1966 ਜਿਸ ਵੇਲੇ ਪੰਜਾਬੀ ਸੂਬਾ ਬਣਿਆ ਸੀ, ਉਸ ਵੇਲੇ ਪੰਜਾਬ ਸਿੱਖ ਮੈਜੋਰਿਟੀ ਸਟੇਟ ਬਣ ਗਈ ਸੀ, ਬਹੁਤ ਮਾਰਜਨਲੀ, ਬਹੁਤ ਵੱਡੀ ਪੱਧਰ 'ਤੇ ਨਹੀਂ ਸੀਗੀ। ਜੇ ਇਸੇ ਤਰੀਕੇ ਦੇ ਨਾਲ ਸਾਡੀ ਜਿਹੜੀ ਮਾਈਗ੍ਰੇਸ਼ਨ ਹੈ ਉਹ ਹੁੰਦੀ ਰਹੀ ਅਤੇ ਆਉਣ ਵਾਲੇ 20 ਸਾਲ ਦੇ ਵਿੱਚ ਡਾਕਟਰ ਰੌਣਕੀ ਰਾਮ ਜੀ, ਤੁਸੀਂ ਕਿਹੋ ਜਿਹਾ ਪੰਜਾਬ ਵੇਖਦੇ ਹੋ? ਦੇਖੋ, ਪੰਜਾਬ ਦੇ ਵਿੱਚੋਂ ਜਿਹੜੀ ਮਾਈਗ੍ਰੇਸ਼ਨ 1905-6 ਤੋਂ ਸ਼ੁਰੂ ਹੋਈ ਆ, ਅਤੇ ਉਹਨਾਂ ਮਾਈਗ੍ਰੈਂਟਾਂ 'ਚੋਂ ਹੀ 1913 ਦੇ ਵਿੱਚ ਜਿਹੜੀ ਮੂਵਮੈਂਟ ਉੱਠੀ ਆ, ਜਿਹਨੂੰ ਗਦਰ ਦੀ ਮੂਵਮੈਂਟ ਕਹਿੰਦੇ ਆ, ਉਹ ਵੀ ਬਣੀ ਆ। ਅਤੇ ਲੇਕਿਨ ਜਿਹੜੀ 1904-5-6 ਦੀ ਮੂਵਮੈਂਟ ਇੱਥੋਂ ਲੋਕ ਗਏ, ਉਹ ਕੌਣ ਗਏ? ਉਹਨਾਂ ਤੋਂ ਪਹਿਲਾਂ ਬੰਦੇ ਬਹੁਤ ਸਾਰੇ ਫੌਜ 'ਚ ਭਰਤੀ ਸਨ ਅੰਗਰੇਜ਼ਾਂ ਦੀ, ਉਹਨਾਂ ਦਾ ਤਜਰਬਾ ਬਹੁਤ ਸੀਗਾ, ਉਹ 12 ਮੁਲਕ 'ਚ ਗਏ ਸੀਗੇ, ਉਸ ਤੋਂ ਬਾਅਦ ਉਹ ਗਏ। ਉਹ ਇਹ ਜਿਹੜੀ ਮੂਵਮੈਂਟ ਹੈਗੀ ਆ ਪੰਜਾਬ ਤੋਂ ਬਾਹਰ ਜਾਣ ਦੀ, ਇਹਦਾ ਇੱਕ ਇਤਿਹਾਸ ਰਿਹਾ ਹੈ। ਲੇਕਿਨ ਜਿਹੜਾ ਹੁਣ ਦੇ ਸਮੇਂ 'ਚ ਲੋਕ ਜਾਣ ਲੱਗੇ ਨੇ, ਉਹਦੇ ਥੋੜ੍ਹਾ ਜਿਹਾ ਅਗਰ ਅਸੀਂ ਇਹਨੂੰ ਕ੍ਰਿਟੀਕਲੀ ਦੇਖੀਏ, ਆਲੋਚਨਾਤਮਕ ਤਰੀਕੇ ਤੋਂ ਦੇਖੀਏ, ਤਾਂ ਹੁਣ ਦੇ ਹਾਲਾਤਾਂ ਵਿੱਚ ਅਤੇ ਉਦੋਂ ਜਾਣ ਦੇ ਹਾਲਾਤਾਂ 'ਚ ਬੜਾ ਫਰਕ ਹੈ। ਉਦੋਂ ਰੁਜ਼ਗਾਰ ਦੇ ਮੱਦੇ-ਨਜ਼ਰ ਰੱਖ ਕੇ ਲੋਕ ਜਾ ਰਹੇ ਸਨ। ਹੁਣ ਤਾਂ ਪੰਜਾਬ ਦੇ ਵਿੱਚ ਜਿਹੜੇ ਮਾਪੇ ਨੇ ਉਹ ਇਸ ਕਰਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਨੂੰ ਤਰਜੀਹ ਦੇ ਰਹੇ ਆ, ਕਿਉਂਕਿ ਉਹਨੂੰ ਲੱਗਦਾ ਕਿ ਜਿੱਥੇ ਰਹਿ ਗਿਆ ਬੱਚਾ, ਕਿਸੇ ਡਰੱਗ 'ਚ ਇਹਨਾਂ ਇਨਵੋਲਵ ਹੋ ਜਾਵੇ, ਜੇ ਡਰੱਗ ਤੋਂ ਬਚ ਗਿਆ ਤਾਂ ਕਿਸੇ ਗਲਤ ਅਨਸਰ ਦੇ ਨਾ ਉਹ ਹੱਥ ਚੜ੍ਹ ਜਾਵੇ। ਕਿਉਂਕਿ ਹੁਣ ਇਹ ਹਾਲਾਤ ਬਣੇ ਹੋਏ ਨੇ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਾਲ ਇੱਥੋਂ ਬਚਣਾ, ਕਿਉਂਕਿ ਇੱਥੇ ਹਾਲਾਤ ਜਿਹੜੇ ਆ ਉਹ ਕਾਰਗਰ ਨਹੀਂ ਹੈਗੇ, ਉਹ ਸਾਜ਼ਗਾਰ ਨਹੀਂ ਹੈਗੇ। ਉਹਦਾ ਕਾਰਨ ਕੁਛ ਕਾਰਨ ਹੈਗੇ ਆ। ਉਹਦੇ ਕਾਰਨ ਮੇਨ ਹੈਗਾ ਕਿ ਪੰਜਾਬ ਦੇ ਵਿੱਚ ਪਿਛਲੇ ਕੁਛ ਸਾਲਾਂ ਤੋਂ ਜਿਹੜੀ ਇੱਕ ਡਰੱਗ ਦਾ ਪੰਜਾਬ ਦੇ ਉੱਤੇ ਹਮਲਾ ਹੋਇਆ, ਇਹਨੇ ਲੋਕਾਂ ਨੂੰ ਖਿਲਾ ਕੇ ਰੱਖ ਦਿੱਤਾ ਹੈਗਾ। ਦੂਸਰਾ, ਪੰਜਾਬ ਦੇ ਵਿੱਚ ਜਿਹੜੀ ਕਿਸਾਨੀ ਆ ਉਹ ਇੰਨੀ ਹਿੰਮਤ ਦੇ ਬਾਵਜੂਦ, ਮਿਹਨਤ ਦੇ ਬਾਵਜੂਦ ਫੇਲਰ ਦੀ ਤਰਫ ਹੋ ਗਈ ਆ, ਘਾਟੇ ਸੌਦਾ ਹੋ ਗਿਆ। ਗਰੀਨ ਰੈਵੋਲੂਸ਼ਨ ਨੇ ਪੰਜਾਬ ਨੂੰ ਇੱਕ ਪ੍ਰੋਫਿਟ ਨਜ਼ਰੀਆ ਦੇ ਕੇ ਐਗਰੀਕਲਚਰ ਵਿੱਚ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਸਾਨੂੰ ਪਤਾ ਨਹੀਂ ਸੀਗਾ ਕਿ ਉਹ ਜਿਹੜਾ ਪ੍ਰੋਫਿਟ ਕਰਕੇ ਹੋਣਾ ਸੀ, ਉਹ ਸੌਦਾ ਸਾਰਾ ਘਾਟੇ ਦਾ ਹੋਣਾ ਸੀ, ਲੌਂਗ ਰਨ ਦੇ ਵਿੱਚ ਘਾਟ ਹੋਣਾ ਸੀ। ਹੁਣ ਉਹ ਜਦੋਂ ਹਾਲਾਤ ਬਣ ਗਏ, ਉਹਦੇ ਨਾਲ ਹੋਇਆ ਕਿ ਜਦੋਂ ਤੁਸੀਂ ਗ੍ਰੀਨ ਰੈਵੋਲੂਸ਼ਨ ਦੇ ਨਾਲ ਥੋੜ੍ਹੇ ਜਿਹੇ ਹਾਲਾਤ ਚੰਗੇ ਹੋਏ, ਤਾਂ ਲੋਕਾਂ ਨੇ ਸੋਚਿਆ ਕਿ ਸਾਡਾ ਵਧੀਆ ਤਰੀਕੇ ਨਾਲ ਪੜ੍ਹਾਈ ਲਿਖਾਈ ਹੋਵੇ। ਉਹਦੇ ਨਾਲ ਮਸ਼ੀਨੀਕਰਨ ਐਗਰੀਕਲਚਰ ਦਾ ਤਾਂ ਹੋਣਾ ਸੀਗਾ, ਉਹਦੇ ਨਾਲ ਸਾਡੀ ਜਿਹੜੀ ਐਜੂਕੇਸ਼ਨ ਸੀ ਉਹਦਾ ਪ੍ਰਾਈਵੇਟਾਈਜੇਸ਼ਨ ਹੋ ਗਈ। ਪਿੰਡਾਂ 'ਚ ਸਕੂਲ ਜਿਹੜੇ ਸੀਗੇ ਉਹ ਸਰਕਾਰੀ ਸਕੂਲਾਂ ਤੋਂ ਇਲਾਵਾ ਨਵੀਆਂ ਦੁਕਾਨਾਂ ਖੁੱਲ੍ਹ ਗਈਆਂ, ਉੱਥੇ ਅਲੱਗ ਤਰ੍ਹਾਂ ਨਾਲ ਵਰਦੀਆਂ ਲਗਾ ਕੇ ਕਮਰਸ਼ੀਅਲਾਈਜ਼ ਹੋ ਗਿਆ।
ਹੁਣ ਹੋਇਆ ਕਿ ਜਿਹੜਾ ਸਰਕਾਰੀ ਸਕੂਲ ਸੀਗਾ ਉਹਦੇ 'ਚ ਵਧੀਆ ਟੀਚਰ ਸਨ, ਉਹਨਾਂ ਨੂੰ ਪ੍ਰੋਪਰ ਤਨਖਾਹ ਮਿਲਦੀ ਸੀਗੀ, ਉਹ BA BEd ਕਰਕੇ ਆਉਂਦੇ ਸੀਗੇ। ਪ੍ਰਾਈਵੇਟ ਸਕੂਲਾਂ ਵਿੱਚ ਡਰੋਪ ਆਊਟ ਸੀਗੇ, ਕੋਈ 12ਵੀਂ ਪਾਸ ਹੈ, ਕੋਈ BA ਫੇਲ ਹੈ ਜਾਂ ਪਾਸ ਹੈ, ਉੱਥੇ ਪੜ੍ਹਾ ਰਹੇ ਆ। ਲੇਕਿਨ ਉੱਥੇ ਇਹ ਦੱਸਿਆ ਗਿਆ ਕਿ ਇਸ ਸਕੂਲ 'ਚ ਪੜ੍ਹੋਗੇ ਅੰਗਰੇਜ਼ੀ ਬਹੁਤ ਤਗੜੀ ਹੈਗੀ ਆ, ਅੰਗਰੇਜ਼ੀ ਸਿੱਖ ਲਓਗੇ। ਅੰਗਰੇਜ਼ੀ ਸਾਡੇ ਸਕੂਲਾਂ 'ਚ ਵਧੀਆ ਸਿਖਾਈ ਜਾਂਦੀ ਸੀਗੀ, 6ਵੀਂ ਤੋਂ ਬਾਅਦ ਸੀਗੀ। ਉੱਥੇ ਇੱਕ ਟ੍ਰੈਂਡ ਬਣ ਗਿਆ। ਹੁਣ ਲੋਕਾਂ ਨੂੰ ਇਹ ਲੱਗਿਆ ਕਿ ਇਹ ਜਿਹੜੇ ਸਕੂਲ ਹੈ ਸਾਡੇ ਸਰਕਾਰੀ ਸਕੂਲ ਹੈਗਾ, ਉਹ ਤਾਂ ਸਾਨੂੰ ਕਿਸੇ ਤਰ੍ਹਾਂ ਦਾ ਵੀ ਪੜ੍ਹ ਕੇ ਰੁਜ਼ਗਾਰ ਨਹੀਂ ਦੇ ਸਕਦੇ। ਹੁਣ ਇਹ ਜਿਹੜੇ ਹਾਲਾਤ ਬਣੇ, ਲੋਕਾਂ ਦੀ ਇੱਕ ਸਥਾਨਕ ਸਕੂਲਾਂ ਦੇ ਜਿਹੜੀ ਵਿਵਸਥਾ ਸੀ ਉਹਦੇ 'ਚੋਂ ਵਿਸ਼ਵਾਸ ਹਟ ਗਿਆ। ਐਗਰੀਕਲਚਰ ਸੌਦਾ ਘਾਟੇ ਦਾ ਹੋ ਗਿਆ, ਡਰੱਗ ਦਾ ਬਹੁਤ ਪਸਾਰਾ ਹੋ ਗਿਆ, ਔਰ ਬਿਮਾਰੀਆਂ ਨੂੰ ਬਚਣ ਲਈ ਜਿਹੜੇ ਪਹਿਲਾਂ ਥੋੜ੍ਹੇ ਬਹੁਤੇ ਦਵਾਖਾਨੇ ਸੀਗੇ, ਹਸਪੀਟਲ ਸੀਗੇ, ਉਹ ਬਿਲਕੁਲ ਬਰਬਾਦ ਹੋ ਗਏ। ਸਟੇਟ ਨੇ ਐਜੂਕੇਸ਼ਨ ਅਤੇ ਹੈਲਥ ਸਰਵਿਸ ਤੋਂ ਪਿੱਛੇ ਪੈਰ ਖਿੱਚ ਲਏ। ਪੰਜਾਬ ਦੇ ਵਿੱਚ ਜੋ ਡਰੱਗ ਦਾ ਸੀਗਾ ਜ਼ੋਰ ਪੜ ਗਿਆ, ਐਗਰੀਕਲਚਰ ਦੀ ਫੇਲਰ ਹੋ ਗਈ। ਉੱਥੇ ਹਾਲਾਤ ਜਿਹੜੇ ਸੀਗੇ ਉਹ ਸਾਰੇ ਦੇ ਸਾਰੇ ਇੱਦਾਂ ਦੇ ਬਣ ਗਏ ਕਿ ਲੋਕੀ ਸੋਚਣ ਲੱਗ ਪਏ ਪੰਜਾਬ ਤੋਂ ਬਾਹਰ ਜਾਈਏ। ਠੀਕ ਹੈ ਡਾਕਟਰ ਸਾਹਿਬ, ਇਹ ਗੱਲ ਇਹ ਤਾਂ ਗਿਵਿੰਗ ਸਿਚੁਏਸ਼ਨ ਹੈ। ਜਿਹੜਾ ਅਸੀਂ ਐਕਚੁਅਲੀ ਕੀ ਹੈ ਕਿ ਅਸੀਂ ਵਿਦੇਸ਼ਾਂ 'ਚ ਵੱਸਦੇ ਜਿਹੜੇ ਪੰਜਾਬੀ ਹਾਂ, ਸਾਡਾ ਸਰੀਰ ਹੀ ਇੱਥੇ ਹੈ। ਬੇਸ਼ੱਕ ਸਾਨੂੰ ਆਇਆਂ ਨੂੰ ਇੱਥੇ ਦਹਾਕੇ ਬੀਤ ਗਏ, ਕਈਆਂ ਦੀਆਂ ਪੀੜ੍ਹੀਆਂ ਇੱਥੇ ਬੀਤ ਗਈਆਂ, ਪਰ ਫਿਰ ਵੀ ਪੰਜਾਬ ਦੇ ਨਾਲ ਲਗਾਓ ਬੜਾ ਹੈ। ਜਦੋਂ ਪੰਜਾਬ ਵੱਲੋਂ ਕੋਈ ਤੱਤੀ ਹਵਾ ਆਉਂਦੀ ਹੈ ਨਾ, ਕੋਈ ਖਬਰ ਇਹੋ ਜਿਹੀ ਆਉਂਦੀ ਹੈ, ਤਾਂ ਸਾਡੇ ਨਾਲ ਇੱਥੇ ਚੀਜ਼ ਪੈਂਦੀ ਹੈ। ਬੇਸ਼ੱਕ ਅਸੀਂ ਕਰ ਕੁਝ ਨਹੀਂ ਸਕਦੇ, ਪਰ ਉਸ ਦੇ ਬਾਵਜੂਦ ਵੀ ਸਾਡੇ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਉੱਥੇ ਜਾ ਕੇ ਕੈਂਪ ਲਾਉਂਦੇ ਨੇ, ਐਜੂਕੇਸ਼ਨ ਲਈ ਕਰਦੇ ਨੇ, ਹੋਰ ਬੜਾ ਕੁਛ ਕਮਿਊਨਿਟੀ ਦਾ ਜਿਹੜਾ ਕੰਮ ਹੈ ਪਿੰਡਾਂ ਦਾ ਉਹ ਕਰਦੇ ਨੇ। ਮੇਰਾ ਸਵਾਲ ਇਹ ਹੈ ਡਾਕਟਰ ਸਾਹਿਬ, ਡਾਕਟਰ ਕੇਰ ਸਿੰਘ ਹੋਰਾਂ ਨੂੰ ਮੈਂ ਸਵਾਲ ਕਰਦਾ ਇਹ ਭਈ ਪ੍ਰੋਫੈਸਰ ਪੂਰਨ ਸਿੰਘ ਦੇ ਸ਼ਬਦਾਂ ਵਿੱਚ ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ, ਗੁਰਾਂ ਦੇ ਨਾਂ 'ਤੇ ਜਿਉਣ ਵਾਲਾ ਜਿਹੜਾ ਪੰਜਾਬ ਹੈ, ਉਹਦੀ ਜਿਹੜੀ ਅੱਜ ਦੀ ਇਹ ਹਾਲਤ ਹੈ, ਆਪਾਂ ਹੁਣ ਇਹ ਤਾਂ ਕਹਿ ਨਹੀਂ ਸਕਦੇ ਵੀ ਕੌਣ ਜ਼ਿੰਮੇਵਾਰ ਹੈ। ਮਤਲਬ ਪੋਲੀਟੀਕਲ ਸਿਸਟਮ ਦੇ ਵਿੱਚ ਇਹ ਹੋ ਗਿਆ ਹੈ। ਅਸੀਂ ਇਸ ਸਾਲ ਗੁਰੂ ਨਾਨਕ ਸਾਹਿਬ ਦਾ 550 ਸਾਲਾ ਗੁਰਪੁਰਬ ਮਨਾ ਰਹੇ ਹਾਂ। ਕੀ ਤੁਸੀਂ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਦੇ ਆਧਾਰ ਦੇ ਉੱਤੇ ਪੰਜਾਬ ਦੀ ਜਿਹੜੀ ਇਸ ਵੇਲੇ ਦੀ ਜਿਹੜੀ ਹਾਲਤ ਡਾਕਟਰ ਰੌਣਕੀ ਰਾਮ ਜੀ ਨੇ ਦੱਸੀ ਹੈ, ਇਹਦਾ ਕੀ ਹੱਲ ਸੋਚਦੇ ਹੋ, ਅਤੇ ਅਸੀਂ ਬਾਹਰ ਬੈਠੇ 'ਚ ਕੀ ਹਿੱਸਾ ਪਾ ਸਕਦੇ ਹਾਂ? ਧੰਨਵਾਦ ਸਰਦਾਰ ਅਵਤਾਰ ਸਿੰਘ ਜੀ, ਤੁਹਾਡਾ ਸਵਾਲ ਬਹੁਤ ਗੰਭੀਰ ਹੈ। ਔਰ ਜੇ ਮੈਂ ਕਹਾਂ ਕਿ ਇਹਦਾ ਕੋਈ ਵਾਜਬ ਢੁਕਵਾਂ ਜਵਾਬ ਥੋੜ੍ਹੇ ਸ਼ਬਦਾਂ ਵਿੱਚ ਸ਼ਾਇਦ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਇਹ ਇੱਕ ਬਹੁਤ ਹੀ ਕੰਪਲੈਕਸ ਫਿਨੋਮੀਨਨ ਨੂੰ ਐਡਰੈਸ ਤੁਸੀਂ ਕੀਤਾ ਹੋਇਆ। ਉਹਦੀ ਕੋਈ ਇੱਕ ਡਾਇਮੈਂਸ਼ਨ ਨਹੀਂ ਹੈ। ਇੱਕ ਡਾਇਮੈਂਸ਼ਨ ਜਾਂ ਦੋ ਡਾਇਮੈਂਸ਼ਨ ਦਾ ਜ਼ਿਕਰ ਪ੍ਰੋਫੈਸਰ ਰੌਣਕੀ ਰਾਮ ਹੋਣਾ ਨੇ ਕੀਤਾ, ਔਰ ਬਿਲਕੁਲ ਠੀਕ ਹੈ, ਉਹ ਵਾਜਬ ਹੈ। ਜੋ ਇਹਨਾਂ ਨੇ ਕਿਹਾ ਇਹ ਬਿਲਕੁਲ ਰੈਲੇਵੈਂਟ ਪੁਆਇੰਟ ਇਹਨਾਂ ਨੇ ਗਿਵਨ ਸਿਚੁਏਸ਼ਨ ਤੁਹਾਡੇ ਨਾਲ ਸ਼ੇਅਰ ਕੀਤੇ ਹੈ। ਮੈਂ ਸਮਝਦਾ ਹਾਂ ਕਿ ਜੇ ਆਪਾਂ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਦੇ ਕੰਟੈਕਸਟ ਵਿੱਚ ਲੈਂਦੇ ਹਾਂ, ਸੰਦਰਭ ਵਿੱਚ, ਤਾਂ ਇਹ ਕੋਈ ਅਨਹੋਣੀ ਗੱਲ ਨਹੀਂ ਹੈ। ਅੱਛਾ, ਉਹਦੀ ਕਾਰਨ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਤਾਂ ਇਹ ਹੈ, ਬਰੋਡਲੀ ਜਿਸ ਨੂੰ ਆਪਾਂ ਸਿੱਖ ਸਿੱਖਿਆ ਕਹਿੰਦੇ ਹਾਂ, ਕਿ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਹੁਣ ਦੀ ਸਥਿਤੀ ਇਹ ਹੈ ਕਿ ਚਾਹੇ ਆਪਾਂ ਕਹੀਏ ਕਿ ਇਹ ਵਿਗਿਆਨ ਕਰਕੇ ਕਹਿ ਲਈਏ, ਜਾਂ ਸੈਕੂਲਰਿਜ਼ਮ ਦੇ ਪ੍ਰਭਾਵ ਕਰਕੇ ਕਹਿ ਲਈਏ, ਜਾਂ ਟੈਕਨੋਲੋਜੀਕਲ ਦੇ ਵਿਕਾਸ 'ਤੇ ਕਹਿ ਦਈਏ, ਜਾਂ ਵੈਸਟਰਨ ਦਾ ਪ੍ਰਭਾਵ ਵੈਸਟ ਦਾ ਕਹਿ ਲਈਏ, ਇਹ ਕਈ ਕੁਛ ਕੰਪਲੈਕਸ ਹੈ। ਇਹ ਮਿਲ ਮਿਲਾ ਕੇ ਹੋਇਆ ਇਹ ਹੈ ਕਿ ਬੰਦਾ ਆਪਣੇ ਆਪ ਨਾਲੋਂ ਟੁੱਟ ਗਿਆ ਹੋਇਆ, ਆਪਣੇ ਰੂਟ ਨਾਲੋਂ ਟੁੱਟ ਗਿਆ ਹੋਇਆ। ਉਹਦੀਆਂ ਰੀਝਾਂ ਹੀ ਹੋਰ ਹੋ ਗਈਆਂ, ਉਹਦੀਆਂ ਲੱਗਦਾ ਇਹ ਹੈ ਕਿ ਉਹਦੇ ਆਦਰਸ਼ ਤਾਂ ਰਹੇ ਹੀ ਨਹੀਂ ਕੋਈ। ਉਹ ਸਿਰਫ ਅਤੇ ਸਿਰਫ ਜੋ ਦੁਨਿਆਵੀ ਚੀਜ਼ਾਂ ਦੀ ਹੋੜ ਵਿੱਚ ਪਿਆ ਹੋਇਆ। ਅਤੇ ਜਦੋਂ ਬੰਦਾ ਦੁਨਿਆਵੀ ਚੀਜ਼ਾਂ ਦੀ ਹੋੜ ਵਿੱਚ ਹੁੰਦਾ ਨਾ ਸਰਦਾਰ ਅਵਤਾਰ ਸਿੰਘ ਜੀ, ਅਤੇ ਫਿਰ ਇਹਦਾ ਇੱਕੋ ਇੱਕ ਹੱਲ ਇਹੀ ਹੁੰਦਾ ਕਿ ਜਿੱਥੇ ਬੈਟਰ ਐਵੀਨਿਊਜ਼ ਹੈ ਤੁਸੀਂ ਉੱਥੇ ਚਲੇ ਜਾਓ। ਅਤੇ ਇਹ ਸੱਚ ਹੈ, ਜਿਸ ਤਰ੍ਹਾਂ ਪ੍ਰੋਫੈਸਰ ਰੌਣਕੀ ਰਾਮ ਹੁਣੀ ਕਹਿ ਰਹੇ ਸੀਗੇ ਕਿ ਪੰਜਾਬ ਦੀ ਇਸ ਵੇਲੇ ਦੀ ਸਥਿਤੀ ਜਿਹੜੀ ਇਹ ਹੈ ਕਿ ਉੱਥੇ ਐਮਪਲੋਇਮੈਂਟ ਅਵੇਲੇਬਲ ਨਹੀਂ ਹੈ, ਜੌਬਸ ਅਵੇਲੇਬਲ ਨਹੀਂ ਹੈ। ਐਗਰੀਕਲਚਰ 'ਚ ਸਾਡੀ ਉੱਥੇ ਖੜੋਤ ਹੈ। ਇੰਡਸਟਰੀ ਉੱਥੇ ਕੋਈ ਲਾਉਣਾ ਨਹੀਂ ਚਾਹੁੰਦਾ, ਕਿਉਂਕਿ ਕਾਫੀ ਪਿਛਲਾ ਸਮਾਂ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਬਾਹਰਲਾ ਕੋਈ ਇੰਡਸਟਰੀਅਲਿਸਟ ਆ ਕੇ ਬਾਵਜੂਦ ਇਨਸੈਂਟਿਵਸ ਦੇ
ਉਹ ਕੋਈ ਆਉਂਦਾ ਹੀ ਨਹੀਂਗਾ ਉੱਥੇ। ਹੁਣ ਫਿਰ ਜਦੋਂ ਮੈਨੂਫੈਕਚਰਿੰਗ 'ਚ ਕੋਈ ਨਹੀਂ ਕੰਮ ਹੋ ਰਿਹਾ, ਇੰਡਸਟਰੀ ਨਹੀਂ ਆ ਰਹੀ ਹੋਈ ਹੈ, ਐਗਰੀਕਲਚਰ 'ਚ ਸਾਡੇ ਖੜੋਤ ਆ ਗਈ ਹੋਈ ਹੈ, ਐਮਪਲੋਇਮੈਂਟ ਕਿੱਥੋਂ ਜਨਰੇਟ ਹੋਊਗੀ? ਜਦੋਂ ਐਮਪਲੋਇਮੈਂਟ ਨਹੀਂ ਹੈ ਤੇ ਫਿਰ ਨੌਜਵਾਨ ਕਿੱਥੇ ਜਾਏ? ਔਰ ਜਿਹੜੀ ਗੱਲ ਇਹਨਾਂ ਨੇ ਕਹੀ ਸੀ ਉਹ ਪੱਖ ਵੀ ਹੈਗਾ, ਪਰ ਮੇਰੀ ਜਾਚੇ ਇਹ ਹੈ ਕਿ ਸਭ ਤੋਂ ਵੱਡੀ ਸਮੱਸਿਆ ਉੱਥੇ ਆਰਥਿਕਤਾ ਦੇ ਵਿੱਚ ਆਇਆ ਖੜੋਤ ਹੈ, ਤੇ ਦੂਸਰੀ ਮੈਂ ਸਮਝਦਾ ਕਿ ਸੱਭਿਆਚਾਰਕ ਬਦਲਾਓ ਹੈ। ਆਮ ਤੌਰ 'ਤੇ ਇਸ ਨੂੰ ਪੱਛਮੀਕਰਨ ਕਹਿ ਦਿੰਦੇ ਹੈ, ਜਿਸ ਨੂੰ ਆਪਾਂ ਕਹਿ ਦਈਏ ਕਿ ਮਟੀਰੀਅਲ ਵੈਲਿਊਜ਼ ਜਿਹੜੀਆਂ ਉਹ ਸਟਰੋਂਗ ਹੋ ਗਈਆਂ, ਕਿਉਂਕਿ ਪੱਛਮ ਨਾਲ ਆਪਾਂ ਜੋੜ ਕੇ ਗੱਲ ਕਰ ਲੈਂਦੇ ਹਾਂ। ਪਰ ਮੈਂ ਸਮਝਦਾ ਕਿ ਇੱਥੇ ਤੇ ਕਿਤੇ ਜੇ ਫਿਰ ਵੈਲਿਊਜ਼ ਮੈਨੂੰ ਦੇਖਣ ਨੂੰ ਮਿਲਦੀਆਂ, ਮੈਂ ਤੇ ਉੱਥੋਂ ਆਇਆ ਤੇ ਉੱਥੇ ਤੇ ਸਾਡਾ ਨਿਗਾਰ ਮੈਂ ਕਹਿੰਦਾ ਪੱਛਮ ਨਾਲੋਂ ਵੀ ਗਿਆ ਗੁਜ਼ਰਿਆ। ਸੱਚ ਇਹ ਹੈ ਕਿ ਠੀਕ ਹੈ ਤੁਹਾਡਾ ਇੱਕ ਨੌਸਟੈਲਜੀਆ ਹੈ, ਤੁਸੀਂ ਕਿਉਂਕਿ ਉੱਥੋਂ ਆਏ ਹੋ ਤੇ ਤੁਸੀਂ ਦੇਖਦੇ ਹੋ ਕਿ ਉੱਥੇ ਦਾ ਕੁਝ ਹੋਣਾ ਚਾਹੀਦਾ, ਸੋਚਦੇ ਵੀ ਹੋ। ਤੁਸੀਂ ਵੀ ਇੱਥੇ ਨੋਟ ਕਰਦੇ ਹੋਵੋਗੇ ਕਿ ਇੱਥੇ ਦੀਆਂ ਵੀ ਜਿਹੜੀਆਂ ਸੈਕੰਡ ਥਰਡ ਜਨਰੇਸ਼ਨਸ ਹੈ ਉਹਨਾਂ ਦਾ ਵੀ ਮੋਹ ਭੰਗ ਹੁੰਦਾ ਜਾ ਰਿਹਾ ਉੱਧਰ ਨਾਲੋਂ, ਰੂਟਸ ਨਾਲੋਂ। ਅਤੇ ਖੈਰ ਇਹ ਮੈਂ ਸਮਝਦਾ ਇਹ ਹੈ ਕਿ ਜੇ ਇਹਨੂੰ ਐਨਾਲਾਈਜ਼ ਕੀਤਾ ਜਾਏ ਤਾਂ ਦੋ ਹਰਫਾਂ 'ਚ ਤਾਂ ਮੈਂ ਕਹਿ ਸਕਦਾ ਕਿ ਇੱਕ ਆਰਥਿਕਤਾ ਦੀ ਪੱਖ ਹੈ, ਔਰ ਦੂਸਰਾ ਇਹ ਹੈ ਕਿ ਇਸ ਵੇਲੇ ਦੀ ਸਮੇਂ ਦੀ ਜਿਹੜੀ ਸੋਚ ਹੈ ਉਹ ਮਟੀਰੀਅਲਿਸਟ ਸੋਚ ਭਾਰੂ ਹੈ, ਅਤੇ ਉਹਦੇ ਵਿੱਚੋਂ ਇਹ ਸਾਰਾ ਕੁਝ ਨਿਕਲਿਆ। ਹਾਂ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਤੁਸੀਂ ਮਤਲਬ ਉਹ ਜਿੱਦਾਂ ਹੁੰਦਾ ਨਾ ਵੀ ਹਿੱਟ ਔਨ ਦਾ ਨੇਲ, ਦੋਹਾਂ ਨੇ ਤੁਸੀਂ ਉਹਦਾ ਜਵਾਬ ਦਿੱਤਾ। ਹੁਣ ਜਿਹੜੀ ਗੱਲ ਹੈ, ਕਿਉਂਕਿ ਅਸੀਂ ਬਹੁਤ ਸਮੇਂ ਸੀਮਤ ਦੇ ਵਿੱਚ ਤੁਹਾਡਾ ਲਾਹਾ ਲੈਣਾ ਚਾਹੁੰਦੇ ਆਪਣੇ ਦਰਸ਼ਕਾਂ ਵਾਸਤੇ, ਵੀ ਜਿਹੜੀ ਇਹ ਹਾਲਤ ਓਵਰਨਾਈਟ ਤਾਂ ਹੋਈ ਨਹੀਂ। ਹੁਣ ਪੰਜਾਬ ਦੇ ਵਿੱਚ 1966 'ਚ ਪੰਜਾਬੀ ਸੂਬਾ ਬਣ ਕੇ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਸਿੱਖ ਚੀਫ ਮਿਨਿਸਟਰ ਬਣਦੇ ਆ ਰਹੇ ਨੇ, ਪੰਜਾਬੀ ਚੀਫ ਮਿਨਿਸਟਰ ਬਣ ਕੇ ਆਉਂਦੇ ਰਹੇ ਨੇ। ਮਤਲਬ ਇਹ ਸਿਆਸੀ ਤੌਰ 'ਤੇ ਇੰਨਾ ਨਿਘਾਰ ਕਿਉਂ ਆ ਗਿਆ ਹੈ ਕਿ ਨਾ ਪੰਜਾਬ ਦੇ ਵਿੱਚ ਆਰਥਿਕਤਾ ਰਹਿ ਸਕੀ, ਪੰਜਾਬ ਦੀ ਜਿਹੜੀ ਐਜੂਕੇਸ਼ਨ ਆ ਉਹ ਪ੍ਰਾਈਵੇਟਾਈਜ਼ ਹੋ ਕੇ ਕਮਰਸ਼ੀਅਲ ਹੋ ਗਈ, ਹੈਲਥ ਜਿਹੜੀ ਹੈ ਉਹ ਕਮਰਸ਼ੀਅਲ ਹੋ ਗਈ। ਤੁਸੀਂ ਗੱਲ ਕਰਦੇ ਹੋ ਕਿ ਦੂਜੀ ਤੀਜੀ ਜਨਰੇਸ਼ਨ ਦਾ ਮੋਹ ਭੰਗ ਹੋ ਜਾਏ। ਅਸੀਂ ਉੱਥੋਂ ਆਏ ਹਾਂ, ਸਾਡਾ ਦਿਲ ਉੱਥੇ ਪੰਜਾਬ ਦੇ ਵਿੱਚ ਧੜਕਦਾ ਹੈ। ਅਸੀਂ ਜਦੋਂ ਉੱਥੇ ਜਾਂਦੇ ਹਾਂ ਘੁੰਮਣ, ਕਿਉਂਕਿ ਰਹਿ ਨਹੀਂ ਹੁੰਦਾ ਸਾਡੇ ਕੋਲੋਂ, ਸਾਨੂੰ ਮਤਲਬ ਪੈਰਾਂ 'ਚ ਖਾਜ ਆਉਂਦੀ ਆ, ਅਸੀਂ ਮਾਨਸਿਕ ਤੌਰ 'ਤੇ ਬਿਮਾਰ ਹੋ ਜਾਂਦੇ। ਪੰਜਾਬ 2 ਵਾਰੀ ਸਾਲ 'ਚ ਨਾ ਜਾਈਏ ਤਾਂ ਉੱਥੇ ਮਤਲਬ ਚੌਂਕ 'ਚ ਖੜਾ ਪੁਲਿਸ ਵਾਲਾ ਵੀ ਤੁਹਾਨੂੰ ਫੜ ਕੇ ਤੇ ਮਤਲਬ ਉਹ ਜੇਬ 'ਚੋਂ ਤੁਹਾਡੇ ਪੈਸੇ ਕੱਢਣ ਨੂੰ ਤਿਆਰ ਹੈ। ਇਹ ਜਿਹੜਾ ਸਾਰਾ ਸਿਸਟਮ ਹੈ, ਇਹਦਾ ਜਿਵੇਂ ਤਾਂ ਪੋਲੀਟੀਕਲ ਸਿਸਟਮ ਹੈ ਨਾ, ਵਿਲਿੰਗਨੈਸ ਜਿਹੜੀ ਸਰਕਾਰਾਂ ਦੀ ਹੈਗੀ ਹੈ, ਇਹ ਇੰਨਾ ਨਿਘਾਰ ਕਿਉਂ ਆ ਗਿਆ ਹੈ ਕਿ ਕੀ ਇਹਦੇ ਕੋਈ ਆਸ ਦੀ ਕਿਰਨ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੋਲੀਟੀਕਲੀ ਜਿਹੜੀ ਵਿਲਿੰਗਨੈਸ ਹੈ ਉਹਨਾਂ ਦੀ ਜਿਹੜੀ ਹੈ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਇੰਪਰੂਵਮੈਂਟ ਹੋਣ ਦੀ ਆਸ ਹੈ? ਤੁਹਾਡੇ ਦੋ ਜਿਹੜਾ ਮਰਜ਼ੀ ਜਵਾਬ ਦੇ ਦੇ ਜਾਂ ਦੋਨੇ ਦੇ ਦਿਓ। ਸਰਦਾਰ ਅਵਤਾਰ ਸਿੰਘ ਜੀ, ਇਹ ਤੁਹਾਡਾ ਸਵਾਲ ਬਹੁਤ ਹੀ ਵਾਜਬ ਹੈ, ਔਰ ਇੱਕ ਦਰਦ ਦੀ ਗੱਲ ਜੋ ਤੁਸੀਂ ਕਹਿ ਰਹੇ ਹੋ ਉਹ ਬਿਲਕੁਲ ਜਿਸ ਬੰਦੇ ਦਾ ਆਪਣੀ ਜਨਮ ਭੂਮੀ ਮਾਤ ਭੂਮੀ ਆ ਉਹਦੇ ਨਾਲ ਜੋ ਮਰਜ਼ੀ ਉੱਥੇ ਹੋ ਜਾਵੇ, ਉਹਦੀ ਉਹ ਰੂਹ ਉਹ ਹੁੰਦਾ, ਉੱਥੋਂ ਟੁੱਟ ਨਹੀਂ ਸਕਦਾ। ਜੋ ਮਰਜ਼ੀ ਆ ਉਹ ਖੀਰ ਉਹਦਾ ਉਹ ਨਿੱਜ ਘਰ ਉਹੀ ਆ, ਉਹ ਜਾਣਦਾ ਬੰਦਾ। ਹੁਣ ਲੇਕਿਨ ਹਾਲਾਤ ਇਹ ਹੈ ਕਿ ਇਹਦੇ 'ਚੋਂ ਕਿਵੇਂ ਹੋ ਸਕੇ ਕਿ ਇਹਦੇ 'ਚ ਕੋਈ ਟਰਾਂਸਫੋਰਮੇਸ਼ਨ, ਕੋਈ ਚੇਂਜ ਆਵੇ। ਇਹ ਦੇਖੋ ਆਪਣੇ ਆਪ ਦੇ ਵਿੱਚ ਜਿੱਦਾਂ ਪ੍ਰੋਫੈਸਰ ਕੇਰ ਸਿੰਘ ਜੀ ਨੇ ਦੱਸਿਆ ਕਿ ਇੱਕ ਸੋਚ ਬਦਲ ਗਈ ਆ, ਜਿਹੜੀ ਆ ਇੱਕ ਵੈਸਟਰਨਾਈਜੇਸ਼ਨ ਮਟੀਰੀਅਲ ਸੋਚ ਆਈ ਹੈਗੀ। ਹੁਣ ਜਿਹੜੀ ਸੋਚ ਆਈ ਆ ਭਾਰਤ ਵਿੱਚ ਤਕਰੀਬਨ 1991 ਤੋਂ ਪਹਿਲਾਂ ਮੰਡੀ ਦਾ ਪ੍ਰਭਾਵ ਨਹੀਂ ਸੀ ਬਹੁਤਾ। ਹਜੇ ਵੀ 1991 ਤੋਂ ਪਹਿਲਾਂ ਕਿਸੇ ਵੀ ਤਰੀਕੇ ਨਾਲ ਜਿਹਨੂੰ ਅਸੀਂ ਕਹਿੰਦੇ ਆ ਮਿਲ ਗੋਭਾ ਜਿਹਨੂੰ ਕਹਿੰਦੇ ਹੈਗਾ, ਆਪਣੇ ਮਿਕਸਡ ਇਕੋਨਮੀ ਸੀਗੀ, ਉਹ ਸੀਗੀ। ਲੇਕਿਨ 1991 ਤੋਂ ਬਾਅਦ ਇਕੱਲੇ ਪੰਜਾਬ 'ਚ ਨਹੀਂ ਪੂਰੇ ਭਾਰਤ ਵਿੱਚ ਤਾਂ ਉਹ ਜਿਹੜਾ ਹਾਲਾਤ ਬਣੇ ਆ ਉਹ ਇੱਕ ਤਰ੍ਹਾਂ ਨਾਲ ਹਾਲਾਤ ਬਣ ਗਏ ਕਿ ਤੁਸੀਂ ਸਟੇਟ ਦਾ ਇੱਕੋ ਕੰਮ ਹੈ ਕਿ ਉਹਨੇ ਸਿਕਿਉਰਿਟੀ ਪ੍ਰੋਵਾਈਡ ਕਰਨੀ ਹੈ ਇੰਟਰਨਲੀ ਅਤੇ ਐਕਸਟਰਨਲੀ। ਬਾਕੀ ਜਿਹੜੀ ਮੰਡੀ ਆ ਉਹਨੂੰ ਖੁੱਲ੍ਹੀ ਛੁੱਟੀ ਦੇ ਦਿਓ ਪ੍ਰਾਈਵੇਟ ਸੈਕਟਰ ਨਹੀਂ ਦਾ, ਉਹਦੇ ਨਾਲ ਹਾਲਾਤ। ਅੱਛਾ, ਹੁਣ ਦੂਸਰੀ ਗੱਲ ਹੋਰ ਹੈ ਕਿ ਜਦੋਂ ਇਹ ਹਾਲਾਤ ਹੋ ਜਾਣਗੇ, ਆਮ ਜਿਹੜਾ ਬੰਦਾ ਉਹਦੀ ਡਿਪੈਂਡੈਂਟ ਜਿਹੜੀ ਆ ਉਹ ਸਿਸਟਮ 'ਤੇ ਹੁੰਦੀ ਆ। ਤੁਸੀਂ ਇੰਡੀਵਿਜੂਅਲ ਤੌਰ 'ਤੇ ਕੀ ਕਰ ਦੋਗੇ? ਤੁਸੀਂ ਜਿੰਨਾ ਮਰਜ਼ੀ ਹਮਲਾ ਮਾਰ ਲਓ, ਇੱਕ ਅੱਛੇ ਤੌਰ 'ਤੇ ਵਿਚਾਰ ਰੱਖ ਸਕਦੇ ਹੋ, ਲੇਕਿਨ ਇਹਦਾ ਸਿਸਟਮ ਲੈਵਲ 'ਤੇ ਹੈ ਨਾ। ਹੁਣ ਸਿਸਟਮ ਲੈਵਲ ਦੇ ਉੱਤੇ ਇਕੱਲੇ ਪੰਜਾਬ ਦੇ ਵਿੱਚ ਬੈਠ ਕੇ ਉਹਨੂੰ ਚੇਂਜ ਕਰਨਾ ਇੱਕ ਆਪਣੇ ਆਪ ਦੇ ਵਿੱਚ ਚੈਲੰਜ ਹੋਏਗਾ, ਕਿਉਂਕਿ ਉਹ ਤਾਂ ਪੰਜਾਬ 'ਚ ਨਹੀਂ ਪੂਰੇ ਭਾਰਤ ਵਿੱਚ ਹੋ ਰਿਹਾ।
ਜੇ ਸਕੂਲਾਂ ਦਾ ਸਿਸਟਮ ਪੰਜਾਬ 'ਚ ਹੈ ਤਾਂ ਪੂਰੇ ਬਾਕੀ ਸੂਬੇ 'ਚ ਵੀ ਹੋ ਰਿਹਾ। ਮਤਲਬ ਸਿਰਫ ਪੰਜਾਬ ਦੀ ਇਸ਼ੂ ਨਹੀਂ ਹੈ ਨਾ ਲੇਕਿਨ ਪੰਜਾਬ ਦਾ ਇਸ਼ੂ ਇਹ ਰਿਹਾ, ਪੰਜਾਬ ਵਿੱਚ ਬਾਰਡਰ ਸਟੇਟ, ਉੱਥੇ ਇੰਡਸਟਰੀ ਨਹੀਂ ਲੱਗੀ। ਠੀਕ ਹੈ, ਪੰਜਾਬ 'ਚ ਐਗਰੀਕਲਚਰ ਨੂੰ ਅਸੀਂ ਬਹੁਤ ਹਿਲਟ ਤੱਕ ਯੂਜ਼ ਕਰ ਲਿਆ। ਦੂਸਰਾ, ਪੰਜਾਬ ਦੇ ਵਿੱਚੋਂ ਜਿਹੜੇ ਬੰਦੇ ਆ ਉਹ ਬਹੁਤ ਸਾਰੇ ਜਦੋਂ ਬਾਹਰ ਆ ਗਏ, ਉਹਨਾਂ 'ਚ ਇੱਕ ਚੇਤਨਾ ਦਾ ਪੱਧਰ ਤਾਂ ਹਮੇਸ਼ਾ ਹੀ ਪੰਜਾਬ 'ਚ ਜ਼ਿਆਦਾ ਰਿਹਾ ਨਾ ਵਿੱਚ। ਚਾਹੇ ਉਹ ਬਾਬਰ ਕਾਲੀ ਮੂਵਮੈਂਟ ਸੀ, ਉਸ ਤੋਂ ਪਹਿਲਾਂ ਗਦਰ ਮੂਵਮੈਂਟ ਸੀ, ਬਹੁਤ ਚੇਤਨਾ ਪੱਧਰ ਰਿਹਾ ਹੈਗਾ, ਐਕਸਪੋਜ਼ਰ ਰਿਹਾ ਹੈਗਾ। ਹੁਣ ਉਹਦੇ 'ਚ ਦੂਸਰੀ ਰੋਲ ਇਹ ਹੈ, ਮੈਨੂੰ ਲੱਗਦਾ ਕਿ ਪ੍ਰੋਫੈਸਰ ਕੇ ਸਿੰਘ ਜੀ ਬੜੀ ਅੱਛੀ ਤਰ੍ਹਾਂ 'ਚ ਦੱਸੂਗੇ ਕਿ ਸਾਡੇ ਕੋਲ ਜਿਹੜੀ ਇੱਕ ਸੰਸਥਾ ਸੀ ਪੰਜਾਬ ਵਿੱਚ, ਆਪਣੇ ਐਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੱਕ ਵੱਡਾ ਅਦਾਰਾ ਸੀ। ਇਸ ਅਦਾਰੇ ਨੇ ਪੰਜਾਬ ਦੇ ਵਿੱਚ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਉਹ ਤੋਸ਼ਾਖਾਨਾ ਦੀਆਂ ਚਾਬੀਆਂ, ਗੁਰਦੁਆਰੇ ਦੀਆਂ ਚਾਬੀਆਂ ਦੀ ਲੜਾਈ ਜਿੱਤੀ ਬਾਬਾ ਖੜਕ ਸਿੰਘ ਨੂੰ, ਤਾਂ ਮਹਾਤਮਾ ਗਾਂਧੀ ਨੇ ਇਹ ਕਿਹਾ ਸੀਗਾ ਕਿ ਫਸਟ ਬੈਟਲ ਅਗੇਂਸਟ ਦਾ ਬ੍ਰਿਟਿਸ਼ ਪਾਵਰ ਹੈਜ਼ ਬੀਨ ਵਨ। ਹੁਣ ਇਹ ਜਿਹੜੀ ਤਾਂ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਉਹਨਾਂ ਦਿਨਾਂ 'ਚ ਲਹਿਰਾਂ 'ਚ ਆਰੀਆ ਸਮਾਜੀ ਲਹਿਰ ਤਕੜੀ ਸੀ, ਉਸ ਤੋਂ ਪਹਿਲਾਂ ਥੋੜ੍ਹੇ ਬਹੁਤੇ ਬ੍ਰਹਮੋ ਸਮਾਜੀ ਲਹਿਰ ਤਕੜੀ ਸੀ। ਪੰਜਾਬ ਦੇ ਵਿੱਚ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਇਹ ਗੁਰੂਆਂ ਦੇ ਨਾਂ 'ਤੇ ਧਰਤੀ ਹੈ, ਇਹਦੇ 'ਚ ਜਿਹੜਾ ਉਹ ਰੋਲ ਰਿਹਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇਸ ਵੇਲੇ ਉਹ ਸਾਰਾ ਜਿਹੜਾ ਐਜੀਪੀਸੀ ਦਾ ਬਹੁਤ ਵਧੀਆ ਇਨਸਾਨੀਅਤ ਪੱਖੀ ਰੋਲ ਹੈ, ਉਹ ਵੀ ਇਸ ਵੇਲੇ ਬਹੁਤ ਇੱਕ ਤਰ੍ਹਾਂ ਦਾ ਮੈਨੂੰ ਲੱਗ ਰਿਹਾ ਕਿ ਸਿਰਫ ਅਤੇ ਸਿਰਫ ਉਹ ਗੁਰਦੁਆਰੇ ਦੀਆਂ ਪ੍ਰਬੰਧਕਾਂ ਦੇ ਨਾਲ ਸੀਮਿਤ ਹੋ ਗਿਆ ਤੇ ਉਹਦਾ ਲਾਰਜਰ ਤੌਰ 'ਤੇ ਹੋਇਆ ਨਹੀਂ। ਹੁਣ ਡਰੱਗ ਦਾ ਇਸ਼ੂ ਇਕੱਲਾ ਸਟੇਟ ਦਾ ਇਸ਼ੂ ਨਹੀਂ ਹੈਗਾ, ਇਹ ਇਹਨਾਂ ਨੇ ਬਹੁਤ ਅੱਛਾ ਕਿਹਾ, ਇਹ ਆਪਣੀ ਮਾਨਸਿਕਤਾ ਦਾ ਇਸ਼ੂ ਆ। ਜੇ ਮਾਨਸਿਕਤਾ ਦਾ ਇਸ਼ੂ ਹੈ ਤਾਂ ਉਹਦੇ 'ਚ ਇਕੱਲਾ ਸਟੇਟ ਤੋਂ ਮਦਦ ਨਹੀਂ ਮਿਲਣੀ। ਤਾਂ ਪੁਲਿਸ ਵਾਲਾ ਹੈ ਤਾਂ ਪਹਿਲਾਂ ਇਨਸਾਨ ਨਾ, ਉਹਦਾ ਕਿਵੇਂ ਇਸ ਤਰ੍ਹਾਂ ਦਾ ਰਵੱਈਆ ਬਣ ਗਿਆ ਕਿ ਜਿਹੜਾ ਦੇਖਦਾ ਮੈਂ ਉਹ ਤੋਂ ਪੈਸੇ ਖੋਹ ਲਵਾਂ। ਇਸ ਕਰਕੇ ਮੈਨੂੰ ਲੱਗਦਾ ਕਿ ਜੇ ਪੰਜਾਬ ਦੇ ਵਿੱਚ ਅਸੀਂ ਕੋਈ ਚੇਂਜ ਲਿਆਉਣੀ ਆ, ਉਹ ਸਾਨੂੰ ਪੰਜਾਬ ਦੇ ਅੰਦਰੋਂ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਸਾਡੇ ਧਾਰਨਾਵਾਂ ਰਹੀਆਂ ਨੇ, ਸੰਸਥਾਵਾਂ ਰਹੀਆਂ ਨੇ, ਉਹਨੂੰ ਅੱਗੇ ਆਉਣ ਦੀ ਜ਼ਰੂਰਤ ਪੈਣੀ ਆ। ਸਾਨੂੰ ਗੁਰਦੁਆਰਿਆਂ ਦੇ ਵਿੱਚ ਵੀ ਔਰ ਮੰਦਿਰਾਂ ਵਿੱਚ ਵੀ ਹੋਣਾ ਚਾਹੀਦਾ। ਕਿਉਂ ਓਨਲੀ ਵਾਈ ਓਨਲੀ ਗੁਰਦੁਆਰਾਸ, ਵਾਈ ਨੋਟ ਦੇ ਕੈਨ ਆਲਸੋ ਕਮ ਫਾਰਵਰਡ? ਕਿਉਂਕਿ ਇਸ ਲਈ ਇਸ਼ੂ ਜਿਹੜਾ ਹੈਗਾ ਉਹ ਕਿਸੇ ਕੌਮ ਨੂੰ ਬਚਾਉਣ ਦਾ ਇਸ਼ੂ ਨਹੀਂ, ਇਸ ਲਈ ਪੰਜਾਬ ਨੂੰ ਬਚਾਉਣ ਦਾ ਇਸ਼ੂ ਹੈ। ਕਿਉਂ ਸਭ ਤੋਂ ਵੱਡੀ ਕੌਮ ਸਾਡੀ ਪੰਜਾਬੀ ਆ, ਅਸੀਂ ਹਿੰਦੂ, ਸਿੱਖ, ਈਸਾਈ ਬਾਅਦ ਵਿੱਚ ਹੈਗੇ ਆ। ਤੇ ਜੇ ਜਿਹੜਾ ਪੰਜਾਬ ਹੈਗਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਧੀਆ ਖਿੱਤਾ ਰਿਹਾ ਹੈਗਾ, ਇਹਦੇ ਤੋਂ ਬੜੀਆਂ ਆਸਾਂ ਨੇ। ਔਰ ਮੈਨੂੰ ਲੱਗਦਾ ਹੈ ਕਿ ਇਹਦੇ 'ਚ ਹਮੇਸ਼ਾ ਹੀ ਜਦੋਂ ਕ੍ਰਾਈਸਿਸ ਆਉਂਦਾ ਹੱਲ ਵੀ ਇੱਥੋਂ ਨਿਕਲਦਾ ਹੈਗਾ। ਤੇ ਮੈਨੂੰ ਲੱਗਦਾ ਕਿ ਜਿੱਦਾਂ ਤੁਸੀਂ ਤੁਹਾਡੇ ਵਰਗੇ ਸਮਝਦਾਰ ਬੰਦੇ ਬੈਠੇ ਇੱਥੇ ਤੜਫਣਾ ਲੱਗ ਰਹੀ ਆ, ਹੁਣ ਅਸੀਂ ਸਵੇਰ ਤੋਂ ਬੈਠੇ ਸੀਗੇ, ਅੱਜ ਸ਼ਾਮ ਹੋ ਗਈ ਆ, ਤੁਸੀਂ ਉਸ ਤੋਂ ਬਾਅਦ ਵਿੱਚ ਸਾਨੂੰ ਫੜ ਕੇ ਲਿਆਏ ਆ ਵੀ ਆ ਕੇ ਗੱਲਬਾਤ ਕਰੀਏ, ਉਹਦਾ ਮਤਲਬ ਕਿਤੇ ਦਰਦ ਹੈ, ਇਹ ਦਰਦ ਕੋਈ ਨਾ ਕੋਈ ਆਨਸਰ ਹੱਲ ਲੱਭੇਗਾ। ਮੈਂ ਸਵਾਲ ਬਦਲ ਗਿਆ ਹੁਣ। ਬਹੁਤ ਧੰਨਵਾਦ ਤੁਹਾਡਾ ਡਾਕਟਰ ਸਾਹਿਬ। ਦਰਅਸਲ ਸਿੱਖ ਚੈਨਲ ਰਾਹੀਂ ਸਾਡਾ ਨਾ ਸਿੱਖ ਚੈਨਲ ਦਾ ਦਾਇਰਾ ਬਹੁਤ ਲੰਬਾ ਚੌੜਾ ਹੈ। ਅਮਰੀਕਾ, ਕੈਨੇਡਾ, ਯੂਰਪ ਅਤੇ ਫੇਸਬੁੱਕ ਅਤੇ ਯੂਟਿਊਬ 'ਤੇ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਵੇਖਿਆ ਜਾਂਦਾ। ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਪੰਜਾਬ ਨਾਲ ਸੰਬੰਧਿਤ ਮਸਲੇ ਨੇ, ਜਦੋਂ ਕੋਈ ਤੁਹਾਡੇ ਵਰਗਾ ਵਿਦਵਾਨ ਆਉਂਦਾ ਨਾ, ਅਤੇ ਅਸੀਂ ਆਪਣਾ ਦਰਦ ਲੈ ਕੇ ਇਹਨਾਂ ਦਾ ਆਪਣਾ ਪਟਾਰਾ ਖੋਲ੍ਹ ਕੇ ਬਹਿ ਜਾਂਦੇ ਤੁਹਾਡੇ ਸਾਹਮਣੇ, ਵੀ ਤੁਹਾਡੀਆਂ ਗੱਲਾਂ ਸੁਣ ਕੇ ਸ਼ਾਇਦ ਸਾਨੂੰ ਥੋੜ੍ਹਾ ਬੜਾ ਹੌਸਲਾ ਮਿਲ ਜਾਏ। ਮੈਨੂੰ ਇੱਦਾਂ ਲੱਗਦਾ ਹੈ ਕਿ ਜਿਹੜੀ ਪੰਜਾਬੀਆਂ ਦੀ ਅਗਾਂਹ ਵਧਣ ਦੀ ਇੱਕ ਰੁਚੀ ਹੈ, ਉਹ ਵੀ ਇੱਕ ਕਾਰਨ ਹੈ ਸਾਡੀ ਮਾਈਗ੍ਰੇਸ਼ਨ ਦਾ। ਇਹਨੂੰ ਡਾਕਟਰ ਸਾਹਿਬ ਥੋੜ੍ਹਾ ਜਿਹਾ ਮੈਂ ਬਦਲ ਕੇ ਤੁਹਾਨੂੰ ਸਵਾਲ ਕਰਨ ਲੱਗਾ ਕਿ ਇਹਦੇ ਵਿੱਚ ਜਿਹੜੇ ਮਤਲਬ ਅਸੀਂ ਬਾਹਰ ਬੈਠੇ ਹਾਂ, ਇੱਥੋਂ ਬਹੁਤ ਸਾਰੇ ਲੋਕ ਉੱਥੇ ਜਾ ਕੇ ਮੈਡੀਕਲ ਕੈਂਪਸ ਲਗਾਉਂਦੇ ਨੇ, ਹੋਰ ਕਈ ਕੁਛ ਕਰਦੇ ਨੇ, ਸੋਸ਼ਲ ਐਕਟੀਵਿਟੀਜ਼ ਕਰਦੇ ਆ, ਪੜ੍ਹਾਈ ਵਾਸਤੇ, ਐਜੂਕੇਸ਼ਨ ਵਾਸਤੇ ਸਪੋਂਸਰਸ ਕਰਦੇ ਆ, ਹੋਰ ਬੜਾ ਕੁਛ ਕਰਦੇ ਆ। ਕੀ ਉਹਦੇ ਨਾਲ ਕੋਈ ਉੱਥੇ ਸੁਸਾਇਟੀ ਦੇ ਵਿੱਚ ਉਹਦੀ ਕੋਈ ਪਲੱਸ ਜਿਹੜੀ ਆ ਆਊਟਪੁੱਟ ਹੁੰਦੀ ਹੈ ਕਿ ਸਾਨੂੰ ਇੱਥੋਂ ਇਸ ਤਰੀਕੇ ਨਾਲ ਕਰਦੇ ਰਹਿਣਾ ਚਾਹੀਦਾ ਹੈ, ਜਾਂ ਇਹਨੂੰ ਥੋੜ੍ਹਾ ਬਹੁਤ ਮੋਡੀਫਾਈ ਕਰਨਾ ਚਾਹੀਦਾ, ਇਸ ਤੋਂ ਬਾਅਦ ਹੀ ਆਪਾਂ ਸਮੇਟ ਲੈਣਾ ਕਿਉਂਕਿ ਆਪਣਾ ਸਮਾਂ ਮੁੱਕ ਚੱਲਿਆ? ਜੀ ਮੇਰੇ ਮੁਤਾਬਕ ਜੋ ਤੁਸੀਂ ਕਰ ਰਹੇ ਹੋ ਇਹ ਜਾਰੀ ਰਹਿਣਾ ਚਾਹੀਦਾ ਹੈ, ਪਰ ਇਹਦੇ ਨਾਲ ਇਹ ਹੈ ਕਿ ਜਿਹੜੇ ਸੱਜਣ ਇੱਥੋਂ ਕਰਦੇ ਹੈ ਉਹਨਾਂ ਨੂੰ ਜਿੱਥੇ ਵੀ ਪੈਸਾ ਤੁਸੀਂ ਇਨਵੈਸਟ ਕਰਦੇ ਹੋ ਉਹਦੀ ਅਕਾਊਂਟੇਬਿਲਿਟੀ ਜਿਹੜੀ ਆ ਨਾ ਉਹ ਜ਼ਰੂਰ ਇਨਸ਼ੋਰ ਕਰਨੀ ਚਾਹੀਦੀ ਹੈ ਕਿ ਜਿਸ ਮਕਸਦ ਲਈ ਉਹ ਤੁਸੀਂ ਪੈਸਾ ਦੇ ਰਹੇ ਹੋ ਜਾਂ ਤੁਸੀਂ ਵੀ ਉੱਥੇ ਉਹ ਲੱਗ ਰਿਹਾ ਹੋਇਆ ਕਿ ਨਹੀਂ, ਉਹਦੀ ਦੁਰਵਰਤੋਂ ਤਾਂ ਨਹੀਂ ਹੋ ਰਹੀ, ਇਹ ਤੁਸੀਂ ਹੀ ਇਨਸ਼ੋਰ ਕਰਨਾ ਹੈ ਕਿਸ ਢੰਗ ਨਾਲ ਹੋ ਰਿਹਾ। ਦੂਸਰੀ ਗੱਲ ਮੈਂ ਸਮਝਦਾ ਸਰਦਾਰ ਅਵਤਾਰ ਸਿੰਘ ਜੀ, ਜਦੋਂ ਸਮੱਸਿਆ ਬਹੁਤ ਗੰਭੀਰ ਹੋਏ ਤਾਂ ਉਹਦਾ ਕੋਈ ਫੌਰੀ ਹੱਲ ਨਹੀਂ ਹੁੰਦਾ। ਇਹ ਬੜਾ ਨਾ, ਕਿਉਂਕਿ ਮਨੁੱਖੀ ਸੁਭਾਅ ਵੀ ਇਹੋ ਜਿਹਾ ਅਤੇ ਸਮਾਜ ਦੇ ਵਿੱਚ ਤਬਦੀਲੀ ਵੀ ਜਿਹੜੀ ਹੁੰਦੀ ਆ ਨਾ ਜੀ, ਉਹ ਸਮਾਂ ਹੀ ਉਹਦੇ ਵਿੱਚੋਂ ਹੱਲ ਸੁਜੈਸਟ ਕਰਦਾ। ਯਾਨੀ ਕਿ ਜਦੋਂ ਤੁਸੀਂ ਕਿਸੇ ਸਮੱਸਿਆ ਨਾਲ ਜੂਝਦੇ ਹੋ,
ਇੱਕ ਐਕਸ਼ਨ ਪਲਾਨ ਬਣਾਉਣੇ ਹੋ, ਉਹਦੇ ਵਿੱਚੋਂ ਜੂਝਦਿਆਂ ਹੋਇਆਂ ਹੀ ਤੁਹਾਨੂੰ ਨਵੇਂ ਹੱਲ ਨਜ਼ਰ ਆਉਂਦੇ ਆ। ਯਾਨੀ ਕਿ ਕਿਸੇ ਵੀ ਸਮੱਸਿਆ ਨੂੰ ਜਦੋਂ ਆਪਾਂ ਸਿਰਫ ਖਿਆਲੀ ਪੱਧਰ 'ਤੇ ਹੀ ਗੱਲ ਕਰਦੇ ਰਹਾਂਗੇ, ਉਹਦਾ ਹੱਲ ਨਹੀਂ ਹੈ। ਅਤੇ ਅਸੀਂ ਕਰਨਾ ਇਹ ਪਏਗਾ, ਸਾਨੂੰ ਕਰਨਾ ਇਹ ਪਏਗਾ ਸਰਦਾਰ ਅਵਤਾਰ ਸਿੰਘ ਜੀ, ਕਿ ਐਕਚੁਅਲੀ ਜਿਹਨੂੰ ਕਹਿੰਦਾ ਹੈ ਕਿ ਵੀਲ ਹੈਵ ਟੂ ਜੰਪ ਇਨਟੂ ਦੀ ਐਰੇਨਾ, ਕਿ ਇਹ ਪ੍ਰੋਬਲਮ ਹੈਗੀ ਆ, ਇਹਦੇ ਨਾਲ ਅਸੀਂ ਜੂਝਣਾ। ਜਿਸ ਤਰ੍ਹਾਂ ਪੈਸ ਸਾਹਿਬ ਕਹਿ ਰਹੇ ਸੀਗੇ ਕਿ ਪੰਜਾਬੀਆਂ ਦਾ ਸੁਭਾਅ ਇਹ ਹੈ, ਔਰ ਤੁਸੀਂ ਵੀ ਇਹੀ ਕਹਿ ਰਹੇ ਸੀਗੇ ਕਿ ਪੰਜਾਬੀ ਸੁਭਾਅ ਸਮੱਸਿਆਵਾਂ ਤੋਂ ਮੂੰਹ ਮੋੜਨ ਦਾ ਨਹੀਂ ਹੈ, ਪਿੱਠ ਦੇਣ ਦਾ ਨਹੀਂ ਹੈ। ਸਮੱਸਿਆ ਨੂੰ ਦਰਪੇਸ਼ ਹੋਣਾ, ਸਪਸ਼ਟ ਫੇਸ ਟੂ ਫੇਸ ਕਰਨਾ, ਅੱਖਾਂ 'ਚ ਅੱਖ ਪਾ ਕੇ ਗੱਲ ਕਰਨੀ, ਇਹ ਪੰਜਾਬੀ ਸੁਭਾਅ। ਅਤੇ ਜਿੰਨਾ ਚਿਰ ਅਸੀਂ ਇਸ ਪੰਜਾਬੀ ਸੁਭਾਅ ਨੂੰ ਜ਼ਿੰਦਾ ਰੱਖ ਕੇ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਚੈਲੰਜਸ ਨੂੰ ਐਕਸੈਪਟ ਨਹੀਂ ਕਰਦੇ, ਅਸੀਂ ਕਰਾਂਗੇ ਇੱਕ ਸਟੈਪ ਲਵਾਂਗੇ, ਹੋ ਸਕਦਾ ਕੋਈ ਗਲਤੀ ਹੋ ਜਾਏ, ਉਹਦੇ 'ਚ ਖਾਮੀਆਂ ਹੋਣਗੀਆਂ, ਉਹ 'ਚ ਨਵਾਂ ਸਟੈਪ ਨਿਕਲਿਓ। ਸੋ ਉਹਦੇ ਵਿੱਚ ਸਾਨੂੰ ਇਸ ਤਰ੍ਹਾਂ ਸਮੱਸਿਆ ਦੇ ਨਾਲ 2-4 ਹੋਣਾ ਪਏਗਾ, ਪ੍ਰੈਕਟੀਕਲੀ ਹੋਣਾ ਪਏਗਾ, ਉਹਦੇ ਨਾਲ ਆਪੇ ਹੀ ਹੱਲ ਵਿੱਚੋਂ ਨਿਕਲਦੇ ਆਉਣਗੇ। ਚਲੋ, ਬਹੁਤ ਧੰਨਵਾਦ। ਮੈਂ ਇੱਕ ਤੁਹਾਡਾ ਜਾਣ ਤੋਂ ਪਹਿਲਾਂ ਇੱਕ ਸਵਾਲ ਹੋਰ ਕਰਨਾ ਹੈ। ਤੁਸੀਂ ਅੱਜ ਵੁਲਵਰਹੈਂਪਟਨ ਯੂਨੀਵਰਸਿਟੀ ਦੇ ਵਿੱਚ ਜਿਹੜੀ ਸਾਡੀ ਪੰਜਾਬੀ ਐਂਡ ਸਿੱਖ ਸਟੱਡੀਜ਼ ਡਿਪਾਰਟਮੈਂਟ ਹੈ, ਉਹਦੇ ਵੱਲੋਂ ਜਿਹੜੀ ਇਹ ਜਰਨੀ ਆਫ 550 ਈਅਰਸ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਧਿਆਨ 'ਚ ਰੱਖਦਿਆਂ ਇਹ ਕਾਨਫਰੰਸ ਰਚਾਈ ਗਈ ਹੈ। ਪਹਿਲੀ ਗੱਲ ਤਾਂ ਕਿ ਪੂਰੇ ਯੂਰਪ ਦੇ ਵਿੱਚ ਇਹ ਸਾਡਾ ਪਹਿਲਾ ਸੈਂਟਰ ਹੈ ਜਿਹਨੂੰ ਡਾਕਟਰ ਉਪਿੰਦਰਜੀਤ ਕੌਰ ਲੀਡ ਕਰ ਰਹੀ ਹੈ, ਬਹੁਤ ਮਿਹਨਤ ਕਰਦੀ ਹੈ ਉਹ। ਇੱਥੇ ਜਿਹੜੇ ਵਾਈਸ ਚਾਂਸਲਰ ਨੇ ਉਹਨਾਂ ਨੇ ਬਹੁਤ ਸਾਨੂੰ ਸਹਿਯੋਗ ਦਿੱਤਾ ਹੈ। ਚਾਂਸਲਰ ਸਾਹਿਬ ਕੱਲ੍ਹ ਆ ਕੇ ਵੈਲਕਮ ਕਰਕੇ ਗਏ ਨੇ ਸਾਰੇ, ਲਾਰਡ ਸਵਰਾਜਪਾਲ ਸਾਹਿਬ। ਤੁਸੀਂ ਅੱਜ ਪਹਿਲੀ ਵਾਰੀ ਇਸ ਯੂਨੀਵਰਸਿਟੀ ਦੇ ਇਸ ਡਿਪਾਰਟਮੈਂਟ ਵੱਲੋਂ ਬੁਲਾਈ ਗਈ ਕਾਨਫਰੰਸ ਦੇ ਵਿੱਚ ਆਏ ਹੋ, ਅਤੇ ਸਾਨੂੰ ਇਹਦੇ ਉੱਤੋਂ ਸਾਰਿਆਂ ਨੂੰ ਬਹੁਤ ਵੱਡੀਆਂ ਆਸਾਂ ਨੇ। ਦੂਸਰੀ ਗੱਲ ਇਹ ਹੈ ਕਿ ਕਾਨਫਰੰਸ ਦੇ ਵਿੱਚ ਇਹ ਗੱਲ ਉਘੜ ਕੇ ਸਾਹਮਣੇ ਆਈ ਹੈ ਕਿ ਗੁਰਦੁਆਰਿਆਂ ਨੂੰ ਠੀਕ ਢੰਗ ਨਾਲ ਚਲਾਉਣ ਵਾਸਤੇ, ਪ੍ਰਚਾਰ ਕਰਨ ਵਾਸਤੇ ਸਾਨੂੰ ਯੋਗ ਜਿਹੜੇ ਨੇ ਸਟਾਫ ਅਤੇ ਰਿਸੋਰਸਿਸ ਚਾਹੀਦੇ ਆ। ਅਸੀਂ ਇੱਥੇ ਇਸੇ ਕੰਮ ਵਾਸਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਇੱਕ ਅੰਬਰੇਲਾ ਬਾਡੀ, ਕਾਉਂਸਲ ਆਫ ਗੁਰਦੁਆਰਾ ਮੈਨੇਜਮੈਂਟ ਕਮੇਟੀ UK ਐਸਟੈਬਲਿਸ਼ ਕੀਤੀ ਹੈ, ਅਤੇ ਅਸੀਂ CGMC ਜਿਹੜੀ ਹੈ ਇਸ ਸੈਂਟਰ ਦੇ ਨਾਲ ਬਹੁਤ ਨੇੜਿਓਂ ਕੰਮ ਕਰ ਰਹੇ ਹਾਂ, ਤਾਂ ਕਿ ਜਿਹੜੇ ਨਵੇਂ ਕੋਰਸਿਸ ਨੇ ਉਹ ਇਸ ਢੰਗ ਦੇ ਨਾਲ ਡਿਵੈਲਪ ਕੀਤੇ ਜਾਣ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ, ਤਾਂ ਕਿ ਆਉਣ ਵਾਲੇ ਜਿਹੜੀ ਸਮੇਂ ਦੀਆਂ ਚੁਣੌਤੀਆਂ ਨੇ, ਚੈਲੰਜਸ ਨੇ, ਉਹਨੂੰ ਫੇਸ ਕੀਤਾ ਜਾ ਸਕੇ, ਅਤੇ ਆਪਣੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ, ਮੈਨੇਜਮੈਂਟ ਨੂੰ, ਪ੍ਰਚਾਰ ਨੂੰ, ਹੋਰ ਸਾਰੇ ਨੂੰ 21ਵੀਂ ਸਦੀ ਦਾ ਹਾਣੀ ਬਣਾਇਆ ਜਾ ਸਕੇ। ਤੁਹਾਨੂੰ ਇਹ ਸਾਰਾ ਕੁਝ ਵੇਖ ਕੇ ਸਾਡੇ ਜਿਹੜੇ ਉੱਦਮ ਹੈ ਉਹ ਵੇਖ ਕੇ ਤੁਹਾਨੂੰ ਕਿਵੇਂ ਮਹਿਸੂਸ ਹੋਇਆ, ਇਹ ਤੁਹਾਡੇ ਕੋਲੋਂ 2 ਸ਼ਬਦ ਲੈਣੇ ਚਾਹੁੰਦਾ। ਤਰਜਨ ਸਿੰਘ, ਮੈਂ ਤੁਹਾਨੂੰ ਵਧਾਈ ਦੇਵਾਂਗਾ, ਤੁਸੀਂ ਵਧਾਈ ਦੇ ਪਾਤਰ ਹੋ। ਉਪਿੰਦਰਜੀਤ ਕੌਰ ਠੱਕਰ ਵਧਾਈ ਦੀ ਪਾਤਰ ਹੈ। ਤੱਖਰ ਉਪਿੰਦਰ ਜੀ ਕੋ ਤੱਖਰ ਹੈਗੀ ਹੈ, ਤੱਖਰ ਹੈਗੇ ਉਹ। ਅਤੇ ਪ੍ਰੋਫੈਸਰ ਜੈਫ ਲੇਅਰ ਜਿਹੜੇ ਵਾਈਸ ਚਾਂਸਲਰ ਨੇ, ਉਹ ਸਾਡੇ ਕੋਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਏ ਸਨ। ਮੈਂ ਉਹਨੂੰ ਉੱਥੇ ਮਿਲਿਆ, ਮੈਨੂੰ ਉਹ ਬਹੁਤ ਨਿੱਘੇ ਸੁਭਾਅ ਦੇ, ਬਹੁਤ ਹੀ ਕਮਿਟਡ ਲੱਗੇ, ਉਹਨਾਂ ਦਾ ਮਨ ਇੱਥੇ ਹੈਗਾ। ਅਤੇ ਚਾਂਸਲਰ ਸਾਹਿਬ ਨੂੰ ਕੱਲ੍ਹ ਮੁਲਾਕਾਤ ਹੋਈ, ਸਵਰਾਜਪਾਲ ਜੀ ਉਹਨਾਂ ਨੇ ਬੜਾ ਇੰਟਰਸਟ ਲਿਆ। ਤਾਂ ਮੈਨੂੰ ਲੱਗਦਾ ਕਿ ਇਹ ਮੈਨੂੰ ਜੋ ਤੁਸੀਂ ਦੱਸਿਆ 1984 ਤੋਂ ਬਾਅਦ ਇਹ ਦੂਜੀ ਮੇਜਰ ਕਾਨਫਰੰਸ ਹੋਈ ਆ, ਔਰ ਜਿਸ ਤਰ੍ਹਾਂ ਜਿਸ ਸ਼ਿੱਦਤ ਨਾਲ ਤੁਸੀਂ ਸਾਰਿਆਂ ਨੇ ਰਲ ਕੇ ਇਹਦੇ 'ਚ ਇਨਵੋਲਵਮੈਂਟ ਕੀਤੀ ਆ, ਔਰ ਇਹ ਸੰਸਥਾ ਜਿਹੜੀ ਹੈਗੀ ਆ ਬਣਾਈ ਆ ਆਪਣੇ ਸਿੱਖ ਸਟੱਡੀਜ਼, ਸਿੱਖ ਐਂਡ ਸੈਂਟਰ ਫਾਰ ਸਿੱਖ ਐਂਡ ਪੰਜਾਬੀ ਸਟੱਡੀਜ਼, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਉਦਮ ਹੈ। ਜਿਵੇਂ ਕਿ ਸਰਦਾਰ ਸੁਜਿੰਦਰ ਸਿੰਘ ਸੰਘ ਨੂੰ ਦੱਸਿਆ ਕਿ ਕਿੰਨੀਆਂ ਚਿਰਾਂ ਤੋਂ ਇਹ ਕੋਸ਼ਿਸ਼ ਹੋ ਰਹੀ ਸੀ ਕੋਈ ਚੇਅਰ ਬਣੇ, ਤਾਂ ਇਹ ਜਿਹੜਾ ਚੇਅਰ ਹੈਗੀ ਆ, ਇਹਦੇ 'ਚ ਇੱਕ ਪੰਜਾਬ ਦੇ ਬਾਰੇ ਇੱਕ ਦਰਦ ਹੈਗਾ, ਇਹ ਪੰਜਾਬ ਦੇ ਬਾਰੇ, ਪੰਜਾਬੀ ਬਾਰੇ ਦਰਦ ਹੈਗਾ। ਉਹ ਜਿਹੜਾ ਇਹ ਉਸ ਮੰਤਰ ਨੂੰ ਲੈ ਕੇ ਬਣੀ ਆ, ਤਾਂ ਮੇਰਾ ਖਿਆਲ ਲੱਗਦਾ ਕਿ ਅਸੀਂ ਇਹ ਜਿਹੜਾ ਤੁਹਾਡਾ ਉਦਮ ਹੈ ਇਹ ਬਹੁਤ ਲੰਬੇ ਦੂਰ ਤੱਕ ਜਾਏਗਾ, ਬਾਹਰ ਤੱਕ ਜਾਏਗਾ ਇਸ ਸਮੱਸਿਆ ਨੂੰ ਹੱਲ ਕਰਨ ਵਾਸਤੇ। ਡਾਕਟਰ ਸਾਹਿਬ, ਇਹੀ ਸਵਾਲ ਤੁਹਾਡੇ ਵਾਸਤੇ ਜੀ। ਪਹਿਲੀ ਤਾਂ ਗੱਲ ਮੈਂ ਰੌਣਕੀ ਰਾਮ ਹੁਣਾਂ ਦੇ ਵਿਚਾਰਾਂ ਦੀ ਤਾਈਦ ਕਰਦਾ ਕਿ ਤੁਸੀਂ ਇਹ ਬਹੁਤ ਅੱਛਾ ਉਦਮ ਕੀਤਾ, ਔਰ ਇਹਦੇ ਵਿੱਚ ਤੁਸੀਂ ਦੁਨੀਆ ਭਰ ਤੋਂ ਸਕਾਲਰਸ ਨੂੰ ਬੁਲਾਇਆ ਔਰ ਵਿਚਾਰ ਵਟਾਂਦਰਾ ਕਰਵਾਇਆ। ਮੈਂ ਸਮਝਦਾ ਕਿ ਬਹੁਤ ਉਦਮ ਅੱਛਾ ਕੀਤਾ ਤੁਸੀਂ, ਇਹ ਵਧਾਈ ਦੇ ਪਾਤਰ ਹੋ। ਦੂਸਰੀ ਗੱਲ ਇਹ ਹੈ ਕਿ ਜਿਸ ਕਿਸਮ ਦੀ ਤੁਸੀਂ ਇਹ ਹੁਣ ਸਿਲੇਬਾਸ ਬਣਾਉਣੀ ਹੈ, ਜਿਹੜੀ ਡਿਵੈਲਪ ਕਰੋਗੇ ਤੁਸੀਂ, ਉਹ ਤੁਹਾਨੂੰ ਪਤਾ ਹੀ ਹੈ, ਤੁਸੀਂ ਸਿਆਣੇ ਹੋ ਕਿ ਜਿਹੜਾ ਗੁਰਦੁਆਰਾ ਸਾਹਿਬਾਨ ਦੇ ਵਿੱਚ ਹੈ ਉਹ ਰਿਲੀਜੀਅਸ ਡਿਸਕੋਰਸ ਦੇ ਵਿੱਚ ਇਮੋਸ਼ਨ, ਸੈਂਟੀਮੈਂਟ ਉਹ ਭਾਰੂ ਹੁੰਦਾ। ਐਕੈਡੈਮਿਕ ਜਿਹੜਾ ਡਿਸਕੋਰਸ ਹੈ ਉਹਦੇ ਵਿੱਚ ਰੈਸ਼ਨੈਲਿਟੀ ਔਰ ਲੌਜਿਕ ਭਾਰੂ ਹੁੰਦਾ।
ਸੋ ਇਹ ਮੈਂ ਸਮਝਦਾ ਕਿ ਇਹਨਾਂ ਦਾ ਸੁਮੇਲ ਕਿਵੇਂ ਤੁਸੀਂ ਕਰ ਸਕਦੇ ਹੋ, ਇਹ ਬੈਲੈਂਸ ਕਿਵੇਂ ਕਰ ਸਕਦੇ ਹੋ ਕਿ ਜੇ ਸਿਰਫ ਇਸ ਨੂੰ ਰੈਸ਼ਨੈਲਿਟੀ ਦੇ ਪੱਧਰ ਤੇ ਰੱਖੋਗੇ ਔਰ ਉਹਦੇ ਚੋਂ ਸਿੱਖ ਸੈਂਟੀਮੈਂਟ ਗਾਇਬ ਹੋ ਜਾਂਦਾ ਹੈ, ਜਿਹਨੂੰ ਆਪਾਂ ਕਹੀਏ ਰੂਹ ਗਾਇਬ ਹੋ ਜਾਂਦੀ ਹੈ, ਤੇ ਫਿਰ ਮੈਨੂੰ ਲੱਗਦਾ ਹੈ ਕਿ ਇਹ ਦਿਸ ਮੇ ਨਾਟ ਸਰਵ ਇਟਸ ਪਰਪਸ। ਸੋ ਇਹ ਕਿਸ ਤਰ੍ਹਾਂ ਤੁਸੀਂ ਅਨਸ਼ੋਰ ਕਰਦੇ ਹੋ, ਇਹਦੇ ਬਾਰੇ ਬਹੁਤ ਚੇਤੰਨ ਹੋਣ ਦੀ ਲੋੜ ਹੈ ਤੁਹਾਨੂੰ, ਔਰ ਮੈਂ ਸਮਝਦਾ ਕਿ ਤੁਹਾਨੂੰ ਵਧੇਰੇ ਚੇਤੰਨ ਹੋਣ ਦੀ ਲੋੜ ਹੈ ਕਿ ਗੁਰਦੁਆਰਾ ਸੰਸਥਾਵਾਂ ਜਿਹੜੀਆਂ ਤੁਸੀਂ ਉਹਨੂੰ ਰਿਪਰੈਜ਼ੈਂਟ ਕਰ ਰਹੇ ਹੋ, ਐਕੈਡੈਮਿਕ ਵਰਲਡ ਦਾ ਇੱਕ ਆਪਣਾ ਪਰਸਪੈਕਟਿਵ ਹੁੰਦਾ, ਉਹਨਾਂ ਨੇ ਉਹ ਗੱਲ ਨੂੰ ਆਪਣੀ ਨੂੰ ਹੀ ਅੱਗੇ ਲਿਆਉਣਾ ਹੈ। ਪਰ ਜਿਹੜਾ ਕਿਉਂਕਿ ਅਸੀਂ ਇਹ ਬੇਸਿਕਲੀ ਗੁਰੂ ਨਾਨਕ ਸਾਹਿਬ ਦੀ ਮੁਕੱਦਸ ਯਾਦ ਦੇ ਵਿੱਚ ਇਹ ਹੋ ਰਿਹਾ ਹੋਇਆ ਹੈ, ਅਤੇ ਮੈਂ ਸਮਝਦਾ ਕਿ ਇਹਦੇ ਵਿੱਚ ਤੁਸੀਂ ਇਹ ਪੱਖ ਜ਼ਰੂਰ ਧਿਆਨ 'ਚ ਰੱਖੋ ਵੀ ਦੋਨਾਂ ਨੂੰ ਕਿਵੇਂ ਨਾਲ ਤੋਰਿਆ ਜਾ ਸਕਦਾ ਹੈ, ਸਮਨਵੈ ਇਹਨਾਂ ਦਾ ਕਿਵੇਂ ਕੀਤਾ ਜਾ ਸਕਦਾ ਹੈ, ਇਹ ਅਨਸ਼ੋਰ ਕਰਨ ਦੀ ਕੋਸ਼ਿਸ਼ ਕਰਿਓ। ਮੈਂ ਇਹੀ ਰਾਏ ਦੇਣਾ ਚਾਹੁੰਦਾ। ਇਹਨਾਂ ਸ਼ਬਦਾਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਬਿਫੋਰ ਯੂ ਗੋ, ਅਸੀਂ ਨਾ ਪੰਜਾਬੀ ਹੁੰਦੇ ਹਾਂ ਅਤੇ ਪੰਜਾਬੀਆਂ ਦਾ ਸੁਭਾਅ ਆ ਵੀ ਅਸੀਂ ਨਾ ਮਤਲਬ ਮੁਫਤ ਕੁਝ ਨਹੀਂ ਦਿੰਦੇ। ਤੁਹਾਨੂੰ ਸਾਰਿਆਂ ਨੂੰ ਇਸ ਕਰਕੇ ਬੁਲਾਇਆ ਹੈ ਵੀ ਇਹ ਜਿਹੜੇ ਪ੍ਰੋਗਰਾਮ ਡਿਵੈਲਪ ਕਰਨੇ ਆ ਨਾ, ਹੁਣ ਅਸੀਂ ਤੁਹਾਨੂੰ ਇਨਵੋਲਵ ਕਰ ਲਿਆ, ਆਪਣੇ ਪਰਿਵਾਰ ਦੇ ਮੈਂਬਰ ਬਣਾ ਲਿਆ। ਪਹਿਲਾਂ ਤੁਸੀਂ ਦੂਰ ਦੂਰ ਬੈਠੇ ਸੀਗੇ, ਇਹ ਤੁਹਾਡੇ ਸਲਾਹਾਂ ਤੋਂ, ਕਿਉਂਕਿ ਤੁਹਾਡੇ ਕੋਲ ਐਕਸਪਰਟੀ ਹੈ, ਤੁਸੀਂ ਉੱਥੇ ਬੈਠੇ ਹੋ, ਤੁਹਾਡੇ ਕੋਲ ਰਿਸੋਰਸਿਸ ਨੇ, ਤੁਹਾਡੇ ਕੋਲ ਐਕਸਪਰਟੀ ਹੈ। ਅਸੀਂ ਉਹ ਸਾਰੀ ਐਕਸਪਰਟੀ ਇਕੱਠੀ ਕੀਤੀ ਆ ਅੱਜ ਇਸ ਪਲੇਟਫਾਰਮ ਦੇ ਉੱਤੇ। ਉਪਿੰਦਰਜੀਤ ਕੌਰ ਨੇ ਬਹੁਤ ਮਿਹਨਤ ਕੀਤੀ ਹੈ, ਔਰ ਇਹਦੇ ਵਿੱਚ ਤੁਹਾਡੀ ਸਲਾਹਾਂ ਦੇ ਨਾਲ, ਤੁਹਾਡੀ ਮਰਜ਼ੀ ਦੇ ਨਾਲ ਜਾਂ ਤੁਹਾਡੀ ਇਨਪੁਟ ਦੇ ਨਾਲ ਹੀ ਸਾਰਾ ਕੁਝ ਡਿਵੈਲਪ ਕੀਤਾ ਜਾ ਸਕਣਾ। ਔਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਅਤੇ ਤਸੱਲੀ ਹੈ ਕਿ ਪੂਰੇ ਸੰਸਾਰ ਭਰ ਤੋਂ ਜਿਹੜੇ ਚੋਟੀ ਦੇ ਸਕਾਲਰਸ ਨੇ ਉਹ ਇਸ ਕਾਨਫਰੰਸ ਦੇ ਵਿੱਚ ਆਏ ਨੇ। ਦੂਸਰਾ, ਸਿੱਖ ਚੈਨਲ ਸਾਡਾ ਇੱਥੇ ਦਾ ਇੰਗਲੈਂਡ ਦਾ ਪਹਿਲਾ ਸਿੱਖ ਮੀਡੀਆ ਹੈ ਜਿਹੜਾ ਆਪਣਾ 11ਵਾਂ ਸਾਲ ਦੇ ਵਿੱਚ ਸ਼ਾਮਲ ਹੋ ਗਿਆ, 10 ਸਾਲ ਪੂਰੇ ਕਰ ਚੁੱਕਾ ਹੈ। ਔਰ ਸਿੱਖ ਚੈਨਲ ਨੇ ਇਹ ਸਾਰੀ ਕਾਨਫਰੰਸ ਜਿਹੜੀ ਹੈ ਰਿਕਾਰਡ ਕੀਤੀ ਹੈ, ਔਰ ਅਨਐਡੀਟਿਡ, ਇੱਕ ਤਾਂ ਹੁੰਦਾ ਨਾ ਕੱਟ ਵੱਢ ਕਰਕੇ, ਅਨਐਡੀਟਿਡ ਸਮੇਂ ਸਿਰ ਇਹ ਸਾਰੇ ਸੰਸਾਰ ਦੇ ਵਿੱਚ ਵਿਖਾਈ ਜਾਣੀ ਹੈ, ਇਹ ਸਾਰਾ ਕੁਝ ਦਿਖਾਇਆ ਜਾਣਾ। ਔਰ ਸਿੱਖ ਚੈਨਲ ਨੇ ਵੀ ਇਹਦਾ ਪਾਰਟ ਹੈ, ਸਾਰਿਆਂ ਨੇ ਰਲ ਮਿਲ ਕੇ ਉੱਦਮ ਕਰਨਾ। ਅਤੇ ਅਸੀਂ ਇਹ ਆਸ ਰੱਖਦੇ ਹਾਂ, ਜਿਵੇਂ ਤੁਸੀਂ ਇਸ ਕਾਨਫਰੰਸ ਦੇ ਵਿੱਚ ਸਾਨੂੰ ਸਾਥ ਦਿੱਤਾ ਹੈ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਅਸੀਂ ਪ੍ਰੋਗਰਾਮ ਡਿਵੈਲਪ ਕਰਨੇ ਆ, ਅਸੀਂ ਤੁਹਾਡੇ ਸਾਥ ਦੀ, ਤੁਹਾਡੇ ਸਹਿਯੋਗ ਦੀ ਇਸੇ ਤਰ੍ਹਾਂ ਆਸ ਕਰਦੇ ਰਹਾਂਗੇ। ਇਹਦੇ ਨਾਲ ਹੀ ਮੈਂ ਸਿੱਖ ਚੈਨਲ ਦੇ ਦਰਸ਼ਕਾਂ ਪਾਸੋਂ ਇਸ ਗੱਲ ਦੇ ਨਾਲ ਇਹਨਾਂ ਦੋਹਾਂ ਡਾਕਟਰ ਸਾਹਿਬਾਂ ਦਾ, ਅਤੇ ਇਸ ਤੋਂ ਪਹਿਲਾਂ ਹੋਰ ਵੀ ਸਾਡੇ ਬਹੁਤ ਸਾਰੇ ਸਕਾਲਰਸ ਨੂੰ ਅਸੀਂ ਬਹੁਤ ਬਰੀਫਲੀ ਡਾਕਟਰ ਸਾਧੂ ਸਿੰਘ ਜੀ ਨੇ ਇੰਟਰਵਿਊ ਕੀਤਾ ਹੈਗਾ, ਉਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਇਸ ਆਸ ਦੇ ਨਾਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।